ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਅੱਜ ਆਏ ਹੋ? ਹਾਂਜੀ ਅੱਜ ਦੁਪਹਿਰੇ ਆ ਗਏ ਸੀ। ਹਾਂਜੀ ਇੱਥੇ ਲੰਗਰ ਚੱਲ ਰਿਹਾ ਤਖਾਣਵੱਧ ਵੱਲੋਂ, ਤੇ ਉੱਥੇ ਫਿਰ ਇਹਨਾਂ ਵੱਲੋਂ ਹੁਕਮ ਹੋਇਆ ਸੀ ਵੀਰਾਂ ਵੱਲੋਂ ਵੀ ਕੁਝ ਸ਼ੈੱਡ ਬਣ ਜੇ, ਤੇ ਗਰਮੀ ਬਹੁਤ ਹੈ, ਕੋਈ ਏਸੀ ਜਾਂ ਕੂਲਰ ਜੋ ਵੀ, ਤਾਂ ਫਿਰ ਉੱਥੇ ਸੋਹਣਾ ਅੱਜ ਕੀਤਾ ਸਾਰਾ ਇਹਨਾਂ ਸਿੰਘਾਂ ਨੇ ਨਾਲ ਸਹਿਯੋਗ, ਮਤਲਬ ਸਾਰਾ। ਬਾਬਾ ਜੀ ਤੁਸੀਂ ਯਕੀਨ ਨਹੀਂ ਕਰੋਗੇ, ਅੱਜ ਅਸੀਂ ਜਦੋਂ ਲੰਘੇ ਆ ਰਹੇ ਸੀਗੇ ਟਰੈਕਟਰ ਤੇ ਕਿਸੇ ਸੱਜਣ ਨੇ ਲਿਫਟ ਦੇਤੀ, ਉਹਨਾਂ ਨਾਲ ਗੱਲਬਾਤ ਚੱਲ ਰਹੀ, ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ। ਹਾਂਜੀ ਇੰਨੇ 'ਚ ਰਾਸਤੇ 'ਚ ਤੁਸੀਂ ਸਾਨੂੰ ਮਿਲ ਗਏ। ਅੱਛਾ, ਜਕਾਰੇ ਵਾਲੀ ਗੱਲ ਤੇ ਜ਼ਿਕਰ ਹੋ ਰਿਹਾ ਹੋਊ। ਹਾਂ ਜੇ ਕੋਈ ਜੈਕਾਰਾ ਲਾ ਰਿਹਾ ਸੀ ਉਦੋਂ ਉਹਨਾਂ ਨੇ ਗੱਲ ਕੀਤੀ। ਠੀਕ ਹੈ, ਬਿਲਕੁਲ ਬਿਲਕੁਲ। ਤੁਹਾਡੀ ਜਿਹੜੀ ਉਹ ਗੱਲ ਬੜੀ ਮਸ਼ਹੂਰ ਹੋਈ ਸੀ ਕਿ ਜੈਕਾਰੇ ਵਾਲੀ ਤਾਂ ਕੋਈ ਗੱਲ ਹੀ ਦੱਸ ਰਹੇ ਸੀ, ਕਹਿੰਦੇ ਵੀ ਜਕਾਰੇ ਵਾਲੀ ਗੱਲ ਤੋਂ ਨਾ। ਚਲੋ ਵਧੀਆ, ਯਾਦ ਤਾਂ ਕਰਦੇ ਹੋ ਨਾ। ਯਾਦ ਦੇਖੋ, ਕਿਸੇ ਦੇ ਮੁੱਖ ਤੇ ਅੱਜ ਦੇ ਸਮੇਂ 'ਚ ਹਾਸੀ ਆ ਜੇ, ਕੋਈ ਖੁਸ਼ ਹੋ ਜੇ, ਇਹ ਤਾਂ ਅਸੀਸਾਂ ਹੀ ਹੈ ਨਾ। ਸੋ ਅਜਿਹੇ ਸਮੇਂ ਦੇ ਵਿੱਚ ਜਦੋਂ ਹਾਲਾਂਕਿ ਮਾਹੌਲ ਇੱਦਾਂ ਦਾ ਹੈ ਕਿ ਬਿੱਲਾਂ ਨੂੰ ਲੈ ਕੇ ਹਰ ਕੋਈ ਦੁੱਖ ਵੀ ਹੈ, ਮੱਥੇ ਦੇ ਇੱਕ ਸ਼ਿਕਨ ਵੀ ਹੈ, ਪਰ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਜਦੋਂ ਤੁਸੀਂ ਇੱਥੇ ਲੋਕਾਂ ਨੂੰ ਮਿਲਦੇ ਹੋ, ਇਹਨਾਂ ਦੇ ਖਿੜਖੜਾਉਂਦੇ ਚਿਹਰੇ ਦੇਖਦੇ ਹੋ, ਪਰ ਦਿਲਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਨਾਮੋਸ਼ੀ ਹੋਣੀ ਹੈ, ਪਰ ਚਿਹਰੇ ਖਿਲਖਿਲਾਉਂਦੇ ਨੇ। ਕਿ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਇਹਨਾਂ ਦਾ ਇਹ ਜੋਸ਼ ਦੇਖ ਕੇ? ਹਾਂ, ਇਹ ਚੀਜ਼ ਵੇਖ ਕੇ ਬੜਾ ਮਾਣ ਮਤਾ ਮਹਿਸੂਸ ਹੁੰਦਾ ਹੈ ਨਾ, ਪ੍ਰਾਊਡ ਹੁੰਦਾ ਹੈ ਵੀ ਕਮਾਲ ਹੈ। ਇੰਨੇ ਦੁੱਖ, ਇੰਨੀਆਂ ਔਖਿਆਈਆਂ, ਇੰਨੀਆਂ ਔਕੜਾਂ, ਇੰਨੀਆਂ ਮੁਸ਼ਕਲਾਂ ਝੱਲਦੇ ਹੋਏ ਵੀ ਇਹ ਬੰਦੇ ਸ਼ੁਕਰਾਨੇ 'ਚ ਬੈਠੇ ਆ ਨਾ। ਕਈ ਮੈਂ ਸੁਣ ਰਿਹਾ ਸੀ, ਹੁਣ ਰਹਿਰਾਸ ਸਾਹਿਬ ਵੀ ਚੱਲ ਰਹੀ ਹੈ ਕਈ ਟਰਾਲੀਆਂ ਦੇ ਵਿੱਚ। ਚਲੋ ਕਈ ਥੋੜ੍ਹਾ ਆਪਣਾ ਮਨੋਰੰਜਨ ਵੀ ਕਰਦੇ ਹੋਣਗੇ, ਪਰ ਫਿਰ ਵੀ ਸ਼ੁਕਰਾਨੇ ਦੇ ਗੀਤ ਗਾਏ ਜਾ ਰਹੇ ਆ, ਕਿਉਂਕਿ ਇਹ ਸਾਨੂੰ ਵਿਰਸੇ 'ਚੋਂ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਿਖਾਇਆ ਵੀ ਕਿਤੇ ਆਨੰਦਪੁਰ ਦੇ ਮਖਮਲੀ ਪਲੰਗ, ਆਨੰਦਪੁਰ ਦੇ ਕਿਲੇ ਮਹਿਲ, ਤੇ ਕਿਤੇ ਮਾਛੀਵਾੜੇ ਦੇ ਕੰਡਿਆਂ ਦੇ ਜੰਗਲ ਵੀ ਹੋਣ, ਤਾਂ ਵੀ ਗੁਰੂ ਦਾ ਪਿਆਰਾ, ਗੁਰੂ ਦਾ ਸਿੱਖ ਸ਼ੁਕਰਾਨੇ ਦੇ ਗੀਤ ਗਾਉਂਦਾ ਵੀ ਮਾਲਕਾ ਬਸ ਤੂੰ ਨਾ ਵਿਸਰੇ, ਇਹ ਦੁੱਖ ਸੁੱਖ ਤਾਂ ਆਉਂਦੇ ਜਾਂਦੇ ਰਹਿਣਗੇ ਹੈ ਨਾ। ਤੋ ਇਹ ਸਾਡੇ ਮਹਾਰਾਜ ਦੀ ਦੇਣ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਜਿੱਥੇ ਤੂੰ ਯਾਦ ਨਾ ਰਵੇਂ ਰੱਬਾ ਸੱਚੇ ਪਿਤਾ, ਉੱਥੇ ਦੁੱਖ ਲੱਗਦੇ ਆ। ਹਰ ਚੀਜ਼ ਐਂ ਲੱਗਦਾ ਜਿਵੇਂ ਰਜਾਈ ਲੈ ਲਈ ਦੁੱਖਾਂ ਦੀ। ਜੇ ਤੂੰ ਨਾਲ ਹੈ, ਤੂੰ ਚੇਤੇ ਆ, ਫਿਰ ਆਨੰਦ ਹੀ ਆਨੰਦ ਹੈ ਹਰ ਥਾਂ ਤੇ। ਖੇੜਾ ਹੀ ਖੇੜਾ, ਨਾਨਕ ਭਗਤਾਂ ਸਦਾ ਵਿਗਾਸ, ਖੇੜਾ ਹੀ ਖੇੜਾ ਹੁੰਦਾ ਉੱਥੇ ਹੈ ਨਾ। ਤੋ ਇਹ ਮਾਲਕ ਦੀ ਕਿਰਪਾ ਇਹਨਾਂ ਤੇ, ਗੁਰੂ ਦੇ ਪਿਆਰਿਆਂ ਤੇ, ਪੰਜਾਬੀਆਂ ਤੇ ਖਾਸ ਕਰਕੇ, ਜਿਨ੍ਹਾਂ ਨੇ ਅੱਜ ਵਰਲਡ ਵਾਈਡ ਫਿਰ ਇੱਕ ਵਾਰੀ ਦਿਖਾਤਾ ਵੀ ਇਹ ਹੱਕ ਸੱਚ ਦੀ ਖਾਤਰ ਖੜਨ ਵਾਲੇ, ਡਟਣ ਵਾਲੇ ਤੇ ਮਰਨ ਵਾਲੇ ਲੋਕ ਨੇ ਇਹ ਹੈ ਨਾ। ਤੋ ਕਿੰਨੀਆਂ ਕੀਮਤੀ ਜਾਨਾਂ ਵੀ ਗਈਆਂ ਸਾਡੀਆਂ, ਕਈ ਬਜ਼ੁਰਗ ਗਏ, ਨੌਜਵਾਨ ਗਏ ਇਸ ਮੋਰਚੇ ਦੇ ਦੌਰਾਨ, ਪਰ ਫਿਰ ਵੀ ਹੌਸਲੇ ਬੁਲੰਦ ਆ, ਚੜ੍ਹਦੀ ਕਲਾ। ਜਿਵੇਂ ਸੰਤ ਕਹਿੰਦੇ ਹੁੰਦੇ ਸੀਗੇ, ਜਰਨੈਲ ਸਿੰਘ ਜੀ ਮਹਾਂਪੁਰਖ, ਉਹ ਕਹਿੰਦੇ ਜੀਣਾ ਅਣਖ ਦੇ ਨਾਲ ਤੇ ਮਰਨਾ ਧਰਮ ਦੀ ਖਾਤਰ, ਸੱਚ ਦੀ ਖਾਤਰ। ਇਹੀ ਜ਼ਿੰਦਗੀ ਦਾ ਅਸੂਲ ਹੋਣਾ ਚਾਹੀਦਾ ਹੈ ਨਾ। ਬਾਬਾ ਜੀ ਇੱਕ ਪਿਆਰਾ ਤੁਹਾਡੇ ਨਾਲ ਤੁਹਾਡਾ ਡੋਗੀ ਜਿਹਦਾ ਨਾਮ ਰੂਬੀ ਹੈ, ਅਕਸਰ ਤੁਹਾਡੇ ਨਾਲ ਦੇਖਿਆ ਜਾਂਦਾ ਹੈ, ਉਹਨੂੰ ਨਹੀਂ ਨਾਲ ਲੈ ਕੇ ਆਏ? ਨਹੀਂ, ਉਹ ਨਹੀਂ। ਜਦੋਂ ਮੈਂ ਜ਼ਿਆਦਾ ਦਿਨ ਰਹੂੰਗਾ ਨਾ, ਤੇ ਫਿਰ ਮੈਂ ਕਹਿ ਰਿਹਾ ਸੀ ਇਹਨਾਂ ਵੀਰਿਆਂ ਨੂੰ, ਇਹ ਕਹਿੰਦੇ ਵੀ ਕੁਝ ਦਿਨ ਰਹੋ ਇੱਥੇ ਹੋਰ, ਮਤਲਬ ਕਿ ਹੈ ਨਾ, ਦਿਨ ਰਾਤ। ਫਿਰ ਮੈਂ ਕਿਹਾ ਫੇਰ ਲਿਆਵਾਂਗੇ। ਦਿਲ ਲੱਗ ਜੂ ਦੋਨਾਂ ਦਾ ਇੱਕ ਦੂਜੇ ਤੋਂ ਬਿਨਾਂ? ਕੋਈ ਨਹੀਂ, ਲਾਉਣਾ ਹੀ ਪੈਂਦਾ ਆ ਹੈ ਨਾ। ਕੋਈ ਨਹੀਂ, ਉਹ ਵੀ ਆਜੂ, ਰੌਣਕ ਮੇਲਾ ਵੇਖ ਜੂ ਹੈ ਨਾ। ਕਈਆਂ ਨੇ ਅੱਜ ਮੈਨੂੰ ਕਿਹਾ ਵੀ ਸਪੈਸ਼ਲ ਵੀ ਅਸੀਂ ਉਹਨੂੰ ਵੀ ਵੇਖਣਾ ਆ, ਫੋਟੋ ਕਰਾਉਣੀ ਹੈ ਨਾ। ਮੈਂ ਕਹਿਣਾ ਉਹਨਾਂ ਕੋਈ ਨਹੀਂ, ਅਗਲੀ ਵਾਰੀ ਉਹਨੂੰ ਲਿਆਵਾਂਗੇ ਆਪਾਂ। ਤੁਸੀਂ ਖੁਸ਼ ਰਹੋ, ਡਟੇ ਰਹੋ, ਜਿਹੜੀ ਚੀਜ਼ ਤੁਸੀਂ ਇੱਥੇ ਇੱਛਾ ਰੱਖਦੇ ਹੋ ਉਹ ਅਸੀਂ ਜਿੰਨੇ ਜੋਗੇ ਆ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਹਾਂ। ਪਰ ਆਪਣਾ ਇਹ ਮੋਰਚਾ ਹੈ, ਆਪਾਂ ਜਿੱਤ ਕੇ ਮੁੜਨਾ ਹੈ ਇਹਨੂੰ ਹੈ ਨਾ, ਇੱਦਾਂ ਨਹੀਂ ਮੁੜਨਾ, ਜਿੱਤ ਕੇ ਹੀ ਮੁੜਨਾ ਹੈ, ਬਿੱਲ ਵਾਪਸ ਕਰਾ ਕੇ ਹੀ ਮੁੜਨਾ ਆ। ਅਕਸਰ ਕਿਹਾ ਜਾਂਦਾ ਹੈ ਕਿ ਜਾਂਦਾ ਹੈ, ਹਕੀਕਤ ਹੈ ਕਿ ਸਰਕਾਰਾਂ ਲੋਕਾਂ ਦੇ ਲਈ ਹੁੰਦੀਆਂ ਨੇ, ਲੋਕ ਸਾਰੇ ਇੱਥੇ ਨੇ, ਵੱਡੇ ਵੱਡੇ ਮਹਾਂਪੁਰਸ਼ ਇੱਥੇ ਆ ਰਹੇ ਨੇ, ਪਰ ਫਿਰ ਵੀ ਇਸ ਮਸਲੇ ਦਾ ਹੱਲ ਕਿਉਂ ਨਹੀਂ ਹੋ ਰਿਹਾ? ਕੀ ਸਮਝਦੇ ਹੋ, ਕਿੱਥੇ ਦਿੱਕਤ ਕਿੱਥੇ ਹੈ? ਦਿੱਕਤ ਜਿਹੜਾ ਹੈਗਾ, ਇੱਕ ਜਿਵੇਂ ਕਹਿੰਦੇ ਨਾ ਗਲ ਦੀ ਹੱਡੀ ਬਣ ਗਿਆ ਕਾਨੂੰਨ ਜਿਹੜਾ ਇਹ ਹੁਣ ਗੌਰਮੈਂਟ ਹੈ, ਇਹ ਮੋਦੀ ਸਰਕਾਰ, ਇਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਅਸੀਂ ਬਿੱਲ ਰੱਦ ਕਰਤੇ ਸਾਡੀ ਇਹਦੇ ਵਿੱਚ ਹੇਠੀ ਹੋਊਗੀ, ਸਾਡੀ ਬੇਇੱਜ਼ਤੀ ਹੋ ਜੂ। ਇੱਕ ਗੱਲੋਂ ਹੋਰ ਵੀ ਡਰਦੇ ਆ ਵੀ ਫਿਰ ਕਸ਼ਮੀਰ ਵਾਲੇ ਵੀ ਆਉਣਗੇ
NRC ਵਾਲੇ ਉਹ ਵੀ ਆਉਣਗੇ, ਹੋਰ ਵੀ ਸਾਰੇ ਆਉਣਗੇ, ਇਹਨਾਂ ਦੇ ਰੱਦ ਕੀਤੇ ਆ, ਸਾਡੇ ਵੀ ਰੱਦ ਕਰੋ, ਸਾਡੇ ਵੀ ਰੱਦ ਕਰੋ। ਪਰ ਇਹ ਜਿਹੜਾ ਕਾਨੂੰਨ ਹੈ ਨਾ, ਇਹ ਸਾਰਾ ਕੁਝ ਇੱਥੋਂ ਹੀ ਕਿਸਾਨੀ ਤੋਂ ਸ਼ੁਰੂ ਹੁੰਦਾ। ਜੇ ਕਿਸਾਨ ਹੈ ਤੇ ਜ਼ਿੰਦਗੀ ਹੈ ਨਾ। ਨੋ ਫਾਰਮਰ ਨੋ ਫੂਡ, ਬਿਲਕੁਲ ਸਹੀ ਲਿਖਿਆ ਹੈ ਵੀ ਜੇ ਕਿਸਾਨੀ ਖਤਮ ਹੈ ਫਿਰ ਤਾਂ ਜ਼ਿੰਦਗੀਆਂ ਹੀ ਖਤਮ, ਫਿਰ ਕੁਝ ਨਹੀਂ ਰਹਿਣਾ ਸਾਡੇ ਕੋਲ ਬਸ। ਤੋ ਇਸ ਕਰਕੇ ਔਰ ਇਹ ਗੌਰਮੈਂਟ ਦੀ ਨੀਤੀ ਹੈ ਵੀ ਖਾਸ ਕਰਕੇ ਘੱਟ ਗਿਣਤੀਆਂ ਤੇ ਤਾਂ ਇਸ ਮੁਲਕ ਦੇ ਵਿੱਚ ਅੱਜ ਤੱਕ ਜ਼ੋਰ ਜ਼ੁਲਮ ਹੀ ਹੋਇਆ ਹੈ। ਔਰ ਇਹ ਵੀ ਕਹਿਣ ਨੂੰ ਕੋਈ ਮੈਨੂੰ ਕੋਈ ਘਬਰਾਹਟ ਨਹੀਂ ਹੈ, ਪੰਜਾਬ ਨਾਲ ਤਾਂ ਇਹਨਾਂ ਨੇ ਮਤਰੇਈ ਮਾਂ ਵਾਲਾ ਹੀ ਹੁਣ ਤੱਕ ਰਸੂਖ ਰੱਖਿਆ ਆ, ਠੀਕ ਹੈ ਨਾ। ਬਦਲੇ ਹੀ ਲਏ ਆ। ਦੇਖੋ ਜਿਉਂ ਮੁਲਕ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਵੇਖ ਲਓ ਕਿੰਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾਨ ਨੇ। ਬਾਬਾ ਜੀ ਇਹ ਲੜਾਈ ਕਿਸਾਨਾਂ ਦੀ ਹੈ, ਕੋਈ ਘੱਟ ਗਿਣਤੀ ਜਾਂ ਬਹੁ ਗਿਣਤੀ ਦੀ ਨਹੀਂ? ਕਿਸਾਨਾਂ ਦੀ ਹੈ, ਬਿਲਕੁਲ ਮੈਂ ਮੰਨਦਾ ਇਸ ਗੱਲ ਨੂੰ, ਕਿਸਾਨਾਂ ਦੀ ਹੈ। ਪਰ ਤੁਸੀਂ ਵਰਲਡ ਵਾਈਡ ਦੇਖੋ, ਕਿਸਾਨ ਤਾਂ ਹਰ ਸਟੇਟ 'ਚ ਵੱਸਦੇ ਸੀ, ਹਰ ਥਾਂ ਤੇ ਰਹਿੰਦੇ ਸੀ, ਪਰ ਪਹਿਲ ਕੀਤੀ ਕਿਹਨੇ ਕੀਤੀ? ਗਿਣਤੀ 2% ਹੀ ਹੈ ਕਹਿੰਦੇ ਆ ਨਾ, ਪਰ 2% ਵਾਲਿਆਂ ਨੇ ਝੰਡੀ ਕੀਤੀ। ਫਿਰ ਤੁਰ ਪਏ ਹੁਣ ਹਰਿਆਣੇ ਵਾਲੇ ਸਾਡੇ ਭਰਾ ਤੁਰੇ, ਉਹਨਾਂ ਨੇ ਸਾਨੂੰ ਵੱਡਾ ਭਰਾ ਹੋਣ ਦਾ ਮਾਣ ਦਿੱਤਾ। UP ਵਾਲੇ ਤੁਰ ਪਏ, MP ਵਾਲੇ ਤੁਰ ਪਏ, ਕੇਰਲ, ਅਸਾਮ, ਕਲਕੱਤਾ, ਗੁਜਰਾਤ ਸਾਰੇ ਤੁਰ ਪਏ ਹੁਣ, ਠੀਕ ਹੈ। ਪਰ ਐ ਹੈ ਨਾ ਜੀ, ਇਹੋ ਜੀ ਤਾਨਾਸ਼ਾਹ ਸਰਕਾਰ ਦੇ ਮੂਹਰੇ ਖੜਨਾ ਹੀ ਬਹੁਤ ਵੱਡੀ ਗੱਲ ਹੈ। ਇਹ ਵੀ ਮਰਦਾਨਗੀ ਦੀ ਗੱਲ ਹੈ ਵੀ ਕਿਸੇ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੈ ਨਾ, ਜੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਕਿਹਾ ਸੀ ਬਾਬਰ ਨਹੀਂ ਤੂੰ ਜਾਬਰ ਹੈ, ਠੀਕ ਹੈ ਨਾ, ਤੂੰ ਜਾਬਰ ਹੈ, ਤੂੰ ਬਾਬਰ ਨਹੀਂ। ਤਾਂ ਅੱਜ ਇਹਨਾਂ ਨੇ ਵੀ ਦਿਖਾਤਾ ਕਿਸਾਨਾਂ ਨੇ ਆ ਕੇ ਇੱਥੇ ਕਿ ਇਹ ਮੋਦੀ ਨਹੀਂ, ਠੀਕ ਹੈ ਨਾ, ਤੂੰ ਤਾਨਾਸ਼ਾਹੀ ਹੈ, ਤੂੰ ਔਰੰਗਜ਼ੇਬ ਦੀ ਰੂਹ ਹੈ ਤੇਰੇ ਦੇ ਵਿੱਚ, ਜਿਹੜਾ ਤੈਨੂੰ ਆ ਆਵਾਮ ਦਾ ਇਸ ਲੁਕਾਈ ਦਾ ਦਰਦ ਨਹੀਂ ਪਤਾ ਲੱਗ ਰਿਹਾ ਤੁਹਾਨੂੰ। ਉਲਟੀ ਬਾੜ ਖੇਤ ਕੋ ਖਾਈ, ਉਹ ਹਾਲ ਹੋਇਆ ਪਿਆ, ਠੀਕ ਹੈ। ਤੇ ਰਾਜੇ ਤਾਂ ਉਹ ਹੁੰਦੇ ਆ ਜਿਹੜੇ ਨਿਆਂ ਕਰਨ, ਰਾਜੇ ਚੁਲੀ ਨਿਆਓਂ ਕੀ, ਤੇ ਇਹ ਰਾਜੇ ਕਿਹੜੇ ਆ? ਰਾਜੇ ਪਾਪ ਕਮਾਮ ਦੇ, ਉਲਟੀ ਬਾੜ ਖੇਤ ਕੋ ਖਾਈ, ਠੀਕ ਹੈ ਨਾ। ਤੋ ਕਿਤੇ ਨਾ ਕਿਤੇ ਹੰਕਾਰ ਹੈ ਇਹਨਾਂ ਦਾ, ਗੌਰਮੈਂਟ ਦਾ ਈਗੋ ਹੈ, ਇਹ ਜਿਹੜੀ ਇਹਨਾਂ ਨੂੰ ਝੁਕਣ ਨਹੀਂ ਦੇ ਰਹੀ। ਪਰ ਇਹ ਬਹੁਤਾ ਚਿਰ ਨਹੀਂ ਚੱਲਦਾ ਹੁੰਦਾ ਇਹ ਕੰਮ, ਹੈ ਨਾ। ਇੱਥੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਿਹੜੇ ਮਰ ਮਿਟਦੇ ਆ ਆਵਾਮ ਦੀ ਖਾਤਰ, ਦੁਨੀਆ ਦੀ ਖਾਤਰ, ਉਹਨਾਂ ਦੀ ਝੰਡੀ ਰਹਿੰਦੀ ਹੈ, ਉਹਨਾਂ ਦਾ ਨਾਂ ਰਹਿੰਦਾ ਜੱਗ ਤੇ। ਆਪਾਂ ਕਹਿੰਦੇ ਤਿੰਨੇ ਜੱਗ ਜਿਉਂਦੇ ਨੇ, ਦਾਤਾ ਭਗਤ ਤੇ ਸੂਰਮਾ, ਠੀਕ ਹੈ ਨਾ। ਇਹ ਦਾਤੇ ਆ ਨਾ ਸੂਰਮੇ ਆ ਨਾ ਭਗਤ ਹੈ, ਇਹ ਤਾਂ ਮਰੇ ਹੀ ਹੋਏ ਆ, ਮਰੀਆਂ ਜ਼ਮੀਰਾਂ ਵਾਲੇ ਮਰੇ ਹੀ ਹੁੰਦੇ ਆ, ਠੀਕ ਹੈ। ਇਹ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਆ, ਆ ਘੇਰਾ ਪਾਈ ਬੈਠੇ ਆ ਦਿੱਲੀ ਨੂੰ, ਇਹ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਘੇਰਾ ਹੈ। ਬਾਬਾ ਜੀ ਜਦੋਂ ਕਿਸਾਨ ਇਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਹਿੰਦੇ ਨੇ, ਤਾਂ ਉਧਰੋਂ ਸਰਕਾਰ ਇਹ ਪੁੱਛਦੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਸਾਨੂੰ ਇਹ ਤਾਂ ਦੱਸ ਦਿਓ ਵੀ ਕਾਲਾ ਕੀ ਹੈ। ਜੋਨੀ ਬਾਬਾ ਕੀ ਸਮਝਦੇ ਨੇ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕੀ ਕਾਲਾ ਹੈ? ਇੱਕ ਮਿੰਟ ਗੱਲ ਸੁਣੋ, ਤੁਹਾਡਾ ਘਰ ਹੈ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਬੰਦਾ ਕੋਈ ਬਾਹਰੋਂ ਆ ਕੇ ਕਵੇ ਵੀ ਆਹ ਬੈੱਡ ਇੱਥੇ ਨਹੀਂ ਲਾਉਣਾ ਯਾਰ, ਇੱਥੇ ਸੋਫੇ ਲਾਓ, ਇਹਨੂੰ ਚੱਕ ਕੇ ਉੱਧਰ ਕਰੋ। ਜਾਂ ਤੁਸੀਂ ਕੋਈ ਖਾ ਪੀ ਰਹੇ ਹੋ ਚੀਜ਼, ਉਹ ਕਵੇ ਤੂੰ ਇਹ ਨਹੀਂ ਖਾਣੀ, ਤੂੰ ਆ ਜੋ ਮੈਂ ਤੈਨੂੰ ਕਹਿਣਾ ਉਹ ਖਾ, ਇਹ ਧੱਕਾ ਨਹੀਂ। ਇਹ ਕਾਨੂੰਨ ਥੋਪੇ ਜਾ ਰਹੇ ਨੇ, ਕਿਸੇ ਨੇ ਮੰਗੇ ਸੀ, ਕਿਸੇ ਦੀ ਇੱਛਾ ਸੀ ਕਿ ਵੀ ਇਹ ਕਾਨੂੰਨ ਲਾਗੂ ਹੋਣ, ਇਹ ਤਾਂ ਧੱਕੇ ਨਾਲ ਥੋਕ ਰਹੇ ਵੀ ਇਹ ਕਾਨੂੰਨ ਲਾਗੂ ਕਰਨੇ ਅਸੀਂ। ਜਦੋਂ ਅਸੀਂ ਨਹੀਂ ਚਾਹੁੰਦੇ ਤੇ ਫਿਰ ਤੁਸੀਂ ਮੋੜੋ ਇਹਨਾਂ ਨੂੰ, ਠੀਕ ਹੈ ਨਾ। ਇਸ ਕਰਕੇ ਕਾਨੂੰਨ ਮਾੜੇ ਆ, ਧੱਕੇਸ਼ਾਹੀ ਨਹੀਂ ਬਰਦਾਸ਼ਤ। ਪਹਿਲਾਂ ਸਲਾਹ ਕੀਤੀ, ਪਹਿਲਾਂ ਪੁੱਛਿਆ, ਨੋਟਬੰਦੀ ਵੇਲੇ ਨਹੀਂ ਪੁੱਛਿਆ, ਇਹਨਾਂ ਨੇ ਅੱਧੀ ਰਾਤ ਨੂੰ ਬਿਆਨ ਦੇ ਦਿੱਤਾ। ਆਹ ਲੋਕਡਾਊਨ ਹੋਇਆ ਤਾਂ ਨਹੀਂ ਕਿਸੇ ਦੀ ਸਲਾਹ। ਇਹ ਕੀ ਹੈ, ਇਹ ਚੱਲ ਰਿਹਾ ਇਸ ਮੁਲਕ ਦੇ ਵਿੱਚ ਕੀ ਚੱਲ ਰਿਹਾ? ਦੇਖੋ ਜੋ ਜਿਹਦਾ ਮਨ ਕਰਦਾ ਇਹਨਾਂ ਦਾ ਉਹੀ ਇਹ ਹੁਕਮ ਜਾਰੀ ਕਰ ਦਿੰਦੇ ਆ, ਇੱਦਾਂ ਥੋੜ੍ਹਾ ਚੱਲਦਾ ਹੁੰਦਾ। ਉੱਠ ਖੜੇ ਫਿਰ। ਜੀ ਖੇਤੀ ਮਸਲੇ ਨੂੰ ਲੈ ਕੇ ਸਰਕਾਰਾਂ ਜੋਨੀ ਬਾਬੇ ਦੀ ਸਲਾਹ ਮੰਗਣ ਤਾਂ ਕੀ ਮਸਲੇ ਦਾ ਹੱਲ ਕਿਵੇਂ ਹੋਊਗਾ? ਕਿਸਾਨੀ ਚੜ੍ਹਦੀ ਕਲਾ ਵੱਲ ਕਿਵੇਂ ਜਾਊਗੀ? ਕਿਸਾਨੀ ਚੜ੍ਹਦੀ ਕਲਾ ਵਿੱਚ ਤਾਂ ਜਾਊਗੀ ਵੀ ਇਹਨਾਂ ਦੇ ਹੱਕ ਇਹਨਾਂ ਨੂੰ ਦਿੱਤੇ ਜਾਣ, ਠੀਕ ਹੈ ਨਾ। ਇਹੀ ਦੁਬਾਰਾ ਫੇਰ ਗੌਰਮੈਂਟ ਬਣਾ ਦੇਊਗੀ ਇਹ ਆਵਾਮ। ਇਹ ਦਰਿਆ ਦਿਲ ਵੀ ਹੈ, ਠੀਕ ਹੈ ਨਾ, ਪਰ ਇਹ ਇਹਨਾਂ ਦੇ ਹੱਥੋਂ ਖਿਸਕਦੀ ਜਾ ਰਹੀ ਹੈ ਖੇਡ। ਇਹ ਕੁਰਸੀਆਂ ਨਹੀਂ ਰਹਿਣੀਆਂ ਇਹਨਾਂ ਦੀਆਂ ਇਹ, ਕਿਉਂਕਿ ਇਹ ਆਵਾਮ ਹੀ ਬਣਾਉਂਦੀ ਹੈ, ਜਨਤਾ ਜਨਾਰਦਨ, ਠੀਕ ਹੈ ਨਾ। ਤੇ ਜਨਤਾ ਦੁਖੀ ਹੈ ਤਾਂ ਬਸ ਰਾਜ ਕਿਤੇ ਕਰਨਗੇ। ਮੋਦੀ ਸਾਹਿਬ ਨੇ ਅਡਾਨੀ ਤੇ ਅੰਬਾਨੀ ਨਾਲ ਸਲਾਹ ਕਰ ਲੈਣੀ, ਉਹਨਾਂ ਨੇ ਇਹਦੇ ਨਾਲ ਬਸ ਇੱਕ ਦੂਜੇ ਦੇ ਕੇਕ ਕੱਟੀ ਜਾਇਓ। ਲੋਕ ਤਾਂ ਦੁਖੀ ਹੈ ਤੁਹਾਡੇ ਤੋਂ,
ਇੱਕ ਦੂਜੇ ਨੂੰ ਵਿਸ਼ੇਸ਼ ਦੇਈ ਜਾਏ, ਲੋਕ ਤਾਂ ਤੁਹਾਨੂੰ ਚਾਹੁੰਦੇ ਹੀ ਨਹੀਂ ਹੈਗੇ। ਠੀਕ ਹੈ ਨਾ, ਤਾਂ ਇਹ ਕਿੰਨਾ ਕੁ ਚਿਰ ਚੱਲਦਾ ਹੁੰਦਾ ਧੱਕਾ? ਆਖਿਰ ਕਦੇ ਤਾਂ ਬੰਦਾ ਬੋਲਦਾ ਹੀ ਹੈ ਨਾ। ਉਹ ਬੋਲ ਪਏ ਹੁਣ, ਸਪਰਿੰਗ ਨੂੰ ਤੁਸੀਂ ਨੱਪੀ ਜਾਓਗੇ, ਫਿਰ ਜਿੱਦੇ ਉਹ ਮਾੜਾ ਜਿਹਾ ਢਿੱਲ ਪੈਂਦੀ ਆ ਫਿਰ ਉਹ ਜਾਂਦਾ ਬੁੜਕ ਕੇ। ਠੀਕ ਹੈ ਨਾ, ਇਹ ਉਹ ਹਾਲ ਹੋਣਾ। ਤੇ ਜਿੱਦੇ ਇਹ ਪਲਟਾ ਮਾਰਨ ਤੇ ਆਏ ਨਾ, ਪਲਟਾ ਮਰਾ ਦੇਣਗੇ, ਵੱਡੇ ਵੱਡੇ ਤਖਤ ਬਦਲ ਦਿੰਦੇ ਆ। ਫਿਰ ਕੀ ਲੱਗਦਾ ਹੈ ਕਦੋਂ ਤੱਕ ਇਸ ਮਸਲੇ ਦਾ ਹੱਲ ਹੋ ਜੀ? ਤੁਹਾਡੀ ਪ੍ਰੈਡਿਕਸ਼ਨ ਕੀ ਕਹਿੰਦੀ ਹੈ? ਹੱਲ ਤਾਂ ਦੇਖੋ ਹੁਣ ਕਿੰਨੇ ਮਹੀਨੇ ਹੋ ਗਏ ਆਪਾਂ ਨੂੰ ਬੈਠਿਆਂ ਨੂੰ। ਠੀਕ ਹੈ, ਹੁਣ ਤਾਂ ਹੀ ਅਸੀਂ ਸੰਗਤ ਨੂੰ ਵੀ ਬੇਨਤੀ ਕਰ ਰਹੇ ਹਾਂ, ਬਾਹਰਲੇ ਮੁਲਕਾਂ ਦੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਵੀ ਬੇਸ਼ੱਕ ਮਾਇਆ ਦਾ ਜਿਹੜਾ ਵਰਤਾਰਾ ਸਟੇਜਾਂ ਤੇ ਘੱਟ ਕਰ ਦਿਓ, ਪਰ ਲੋੜਾਂ ਪੂਰੀਆਂ ਕਰੋ। ਇੱਥੇ ਕੂਲਰ, ਏਸੀ, ਪੱਖੇ, ਜਨਰੇਟਰ ਹੈ ਨਾ, ਇਹਨਾਂ ਚੀਜ਼ਾਂ ਦੀ ਹੁਣ ਮੁੱਖ ਲੋੜ ਹੈ। ਹੁਣ ਗਰਮੀ ਆ ਗਈ, ਮੱਛਰ ਵੀ ਬਹੁਤ ਹੋਏਗਾ। ਔਰ ਇੱਥੇ ਜਿੰਨੇ ਪੰਡਾਲ ਲੱਗੇ ਆ, ਟਰਾਲੀਆਂ ਨੇ, ਟੈਂਟ ਲੱਗੇ ਆ, ਉਹਨਾਂ ਦੇ ਵਿੱਚ ਫਾਇਰ, ਅੱਗ ਬੁਝਾਉਣ ਵਾਲੇ ਇਹ ਯੰਤਰ ਹੋਣ, ਸਪਰੇਆਂ ਹੋਣ, ਉਹ ਕੈਨ ਹੋਣ। ਠੀਕ ਹੈ ਨਾ, ਵੀ ਕੱਲ ਪਰਸੋਂ ਦੱਸਦੇ ਇੱਥੇ ਸ਼ਰਾਰਤ ਕੀਤੀ ਕਿਸੇ ਨੇ, ਉਹ ਅੱਗ ਲੱਗ ਗਈ ਤੇ ਉਹ ਬੀਬੀ ਦੇ ਉੱਪਰ ਡਿੱਗ ਪਈ ਛੱਤ, ਅੱਗ ਲੱਗ ਕੇ ਉਹਦੀ ਬਾਂਹ ਮੱਚ ਗਈ, ਤੇ ਜੇ ਉਹਦਾ ਵੱਧ ਨੁਕਸਾਨ ਵੀ ਹੋ ਸਕਦਾ ਸੀਗਾ। ਠੀਕ ਹੈ, ਤੇ ਮੋਰਚਾ 'ਚ ਹਜੇ ਇਹ ਲੰਮਾ ਹੀ ਚੱਲਣਾ ਲੱਗਦਾ ਜਿਹੜੇ ਹਿਸਾਬ ਨਾਲ ਹੈ ਨਾ। ਤੇ ਹੱਲ ਕਰ ਲੂਗੀ ਗੌਰਮੈਂਟ, ਅਸੀਸਾਂ ਲੈ ਲੂਗੀ, ਚੰਗਾ ਹੋ ਜਾਊਗਾ। ਨਹੀਂ ਤਾਂ ਫਿਰ ਇੱਕ ਗੱਲ ਹੋਰ ਦੱਸਾਂ, ਜੇ ਨਾ ਵੀ ਹੱਲ ਹੋਇਆ, ਤੁਹਾਨੂੰ ਕੀ ਲੱਗਦਾ ਵੀ ਆਪਣੇ ਖੇਤ 'ਚ ਪੈਰ ਪਾਉਣ ਦੇ ਦੇਊਗਾ ਬੰਦਾ? ਨਹੀਂ, ਉੱਥੇ ਢੇਰੀ ਹੋਣਾ ਮਨਜ਼ੂਰ ਹੈ ਉਹਨੂੰ ਮਿੱਟੀ 'ਚ, ਪਰ ਆਪਦੀ ਧਰਤੀ ਮਾਂ ਦੀ ਹਿੱਕ ਤੇ ਚੜ੍ਹਨ ਨਹੀਂ ਦਿੰਦਾ ਕਿਸੇ। ਠੀਕ ਹੈ ਨਾ। ਹਾਂ, ਸੋ ਜਾਂਦੇ ਜਾਂਦੇ ਸਰਕਾਰਾਂ ਤੇ ਕਿਸਾਨ ਭਰਾਵਾਂ ਨੂੰ ਕੋਈ ਸੁਨੇਹਾ? ਇਹੀ ਸਰਕਾਰਾਂ ਨੂੰ ਸੁਨੇਹਾ ਹੈ ਵੀ ਤੁਸੀਂ ਕਾਨੂੰਨ ਰੱਦ ਕਰ ਲਓ। ਰੱਦ ਕਰਾਏ ਬਗੈਰ ਇਹਨਾਂ ਨੇ ਨਹੀਂ ਮੁੜਨਾ, ਨਹੀਂ ਮੁੜਨਾ, ਨਹੀਂ ਮੁੜਨਾ। ਡਟੇ ਸੀ, ਡਟੇ ਹਾਂ ਤੇ ਡਟੇ ਰਹਾਂਗੇ ਹੈ ਨਾ। ਤੇ ਝੁਕਾਂਗੇ ਨਹੀਂ, ਟੁੱਟ ਜਾਵਾਂਗੇ ਵਿਚਾਲਿਓਂ, ਚੀਰੇ ਜਾਵਾਂਗੇ, ਪਰ ਝੁਕਾਂਗੇ ਨਹੀਂ। ਇੱਕ ਅਕਾਲ ਪੁਰਖ ਅੱਗੇ ਝੁਕਣਾ। ਠੀਕ ਹੈ ਨਾ, ਸਭ ਨੂੰ ਆਪਣੇ ਰਾਈਟ ਕਹਿਣ ਦਾ, ਮੰਗਣ ਦਾ ਹੱਕ ਹੈ ਯਾਰ। ਅਸੀਂ ਵੀ ਇਨਸਾਨ ਹੈ ਕਿ ਇਹ ਬਾਲੇ ਦੂਰੀ ਵਾਰੀ ਜੰਮੇ ਆ। ਠੀਕ ਹੈ ਨਾ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਜੀ? ਤੁਸੀਂ ਦੇਖ ਰਹੇ ਹੋ ਮਿਊਜ਼ੀਕਲ ਹੰਟਸ ਰੈਕਡ ਚੈਨਲ ਤੇ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਹੰਟਰ। ਦੋਸਤੋ, ਸਿੱਖ ਕੌਮ ਐਸੀ ਹੈ ਕਿ ਇਹਨਾਂ ਦੇ ਉੱਤੇ ਕਿੰਨੀ ਵੀ ਭੀੜ ਆ ਜਾਵੇ, ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਐਡੀ ਵੱਡੀ ਬਖਸ਼ਿਸ਼ ਹੈ ਕਿ ਇਹ ਕਿਸੇ ਵੀ ਹਾਲਾਤਾਂ ਦੇ ਵਿੱਚ ਰਹਿਣ, ਕਿਤੇ ਵੀ ਰਹਿਣ, ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਅਤੇ ਹਮੇਸ਼ਾ ਹੀ ਇਹਨਾਂ ਦੇ ਚਿਹਰਿਆਂ ਤੇ ਨੂਰ ਵਰਸਦਾ ਹੈ। ਅਤੇ ਅਜਿਹੀ ਹੀ ਤਸਵੀਰ ਦੇਖਣ ਨੂੰ ਮਿਲਦੀ ਹੈ ਦਿੱਲੀ ਦੇ ਬਾਰਡਰਾਂ ਦੇ ਉੱਤੇ। ਹਾਂਜੀ ਦੋਸਤੋ, ਕਿੰਨਾ ਲੰਬਾ ਸਮਾਂ ਹੋ ਗਿਆ ਹੈ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ। ਕਿੰਨੀਆਂ ਭੈੜੀਆਂ ਸਰਦੀਆਂ ਵੀ ਲੰਘ ਚੁੱਕੀਆਂ ਨੇ ਅਤੇ ਹੁਣ ਕਿੰਨੀ ਭੈੜੀ ਗਰਮੀ ਉੱਤੇ ਹੋਈ ਹੈ, ਪਰ ਫਿਰ ਵੀ ਉੱਥੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਅਤੇ ਮੁਕਾਬਲੇ ਦੇ ਲਈ ਡਟੇ ਹੋਏ ਨੇ ਅਤੇ ਸਰਕਾਰ ਦੇ ਖਿਲਾਫ ਲਗਾਤਾਰ ਸ਼ਾਂਤੀਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਨੇ। ਦੋਸਤੋ, ਦਿੱਲੀ ਦੇ ਬਾਰਡਰਾਂ ਤੇ ਅਜਿਹੀ ਚੜ੍ਹਦੀ ਕਲਾ ਵਾਲੀ ਕੌਮ ਬੈਠੀ ਹੋਵੇ ਅਤੇ ਫਿਰ ਹਾਰ ਦਾ ਤਾਂ ਨਾਮ ਹੀ ਨਹੀਂ। ਦੋਸਤੋ, ਜਲਦੀ ਹੀ ਜੰਗ ਜਿੱਤ ਕੇ ਕਿਸਾਨ ਆਪੋ ਆਪਣੇ ਘਰਾਂ ਨੂੰ ਮੁੜ ਆਉਣਗੇ। ਕਿਸਾਨ ਜਿੰਦਾਬਾਦ, ਕਿਸਾਨੀ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਜੈ ਜਵਾਨ, ਜੈ ਕਿਸਾਨ, ਜੈ ਭਾਰਤ, ਜੈ ਭੀਮ, ਬੰਦੇ ਮਾਤਰਮ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਦੇ ਨਹੀਂ ਲੱਗਦੀ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਪਰੇਸ਼ਾਨੀ ਜਿਵੇਂ ਮਨ ਚਾਹੇ, ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਸੌਤਨ ਦੁਸ਼ਮਣ ਦਾ ਖਾਤਮਾ, ਕੋਰਟ ਕਚਹਿਰੀ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਵਿਦੇਸ਼ ਵਿੱਚ ਪੱਕਾ ਹੋਣਾ, ਬੱਚਿਆਂ ਦਾ ਕਹਿਣੇ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਓ ਜਾਂ ਤੜਵਾਓ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਅੱਜ ਹੀ ਸੰਪਰਕ ਕਰੋ ਪ੍ਰਵੀਨ ਜੋਤਸ਼ੀ 94616